ਅੱਜ ਜਿਹੜਾ ਆਪਾਂ ਸੀਐਸਐਸ ਦਾ ਇੰਤਹਾਈ ਇੰਪੋਰਟੈਂਟ ਟੌਪਿਕ ਡਿਸਕਸ ਕਰਾਂਗੇ ਇਨਸ਼ਾਈਆ ਉਹਦਾ ਨਾਮ ਹੈ ਚੁੰਬੜਾ। ਇਹਨੂੰ ਅਰਸ਼ਦ ਮੀਰ ਨੇ ਲਿਖਿਆ ਹੈ। ਸੀਐਸਐਸ 2017 ਤੇ 22 ਦੇ ਵਰੇ ਵਿੱਚ ਆ ਚੁੱਕਿਆ ਹੈ। ਇਹ ਇੱਕ ਇੰਪੋਰਟੈਂਟ ਟੌਪਿਕ ਹੈ, ਲਿਆਦਾ ਇਹਨੂੰ ਤੁਸੀਂ ਤਿਆਰ ਰੱਖਣਾ ਵਾ। ਇਹਨੂੰ ਅਰਸ਼ਦ ਮੀਰ ਨੇ ਲਿਖਿਆ ਹੈਗਾ। ਇਹਦਾ ਲਿਖਾਰੀ ਜਿਹੜਾ ਅਰਸ਼ਦ ਮੀਰ ਦਾ, ਆਪਾਂ ਸਭ ਤੋਂ ਪਹਿਲੇ ਇੰਟਰੋਡਕਸ਼ਨ ਤੇ ਇਹਦੇ ਇੰਪੋਰਟੈਂਟ ਐਮਸੀਕਿਊ ਡਿਸਕਸ ਕਰ ਰਹੇ ਹਾਂ। ਤੇ ਉਹਨਾਂ ਦਾ ਜਿਹੜਾ ਪੇਸ਼ਾ ਸੀਗਾ, ਅਰਸ਼ਦ ਮੀਰ ਦਾ ਜਿਹੜਾ ਪੇਸ਼ਾ ਸੀ ਉਹ ਇੱਕ ਵਕੀਲ ਸੀਗੇ। ਅਰਸ਼ਦ ਮੀਰ ਇੱਕ ਵਕੀਲ ਸੀਗੇ। ਇਹਨਾਂ ਨੇ ਉਰਦੂ ਤੇ ਪੰਜਾਬੀ ਵਿੱਚ ਲਿਖਿਆ ਹੋਇਆ। ਇਹਨਾਂ ਨੇ ਉਰਦੂ ਤੇ ਪੰਜਾਬੀ ਦੇ ਵਿੱਚ ਲਿਖਿਆ, ਲੇਕਿਨ ਇਹਨਾਂ ਨੇ ਜ਼ਿਆਦਾਤਰ ਜਿਹੜੀ ਪੰਜਾਬੀ ਦੇ ਵਿੱਚ ਆਪਣਾ ਕੰਮ ਲਿਖਿਆ ਵਾ ਅਦਬ ਦੇ ਅੰਦਰ, ਉਹ ਇਹਨਾਂ ਨੇ ਤੰਜ਼ੋ ਮਜ਼ਾਹ ਦੇ ਉੱਤੇ ਜ਼ਿਆਦਾ ਕੰਮ ਕੀਤਾ ਹੋਇਆ। ਤੰਜ਼ੋ ਮਜ਼ਾਹ ਦੇ ਉੱਤੇ ਕੰਮ ਕੀਤਾ ਵਾ। ਇਹਨਾਂ ਦੀ ਜਿਹੜੀ ਆ ਇੱਕ ਮਜਮੂਆ ਹੈਗਾ, ਉਹਦਾ ਨਾਂ ਚੁੰਬੜਾ ਵਾ। ਇਹਨਾਂ ਦੀ ਜਿਹੜੀ ਦੂਜੀ ਕਿਤਾਬ ਹੈਗੀ ਆ ਤੰਜ਼ੋ ਮਜ਼ਾਹ ਦੀ, ਉਹਦਾ ਨਾਂ ਚੂੰਡੀਆ ਵਾ। ਯਾਨੀ ਨਾਮ ਤੋਂ ਹੀ ਤੁਹਾਨੂੰ ਪਤਾ ਲੱਗ ਜੂਗਾ ਕਿ ਇਹਨਾਂ ਦੇ ਅੰਦਰ ਕੀ ਡਿਸਕਸ ਕੀਤਾ ਹੋਇਆ ਵਾ। ਤੇ ਜਿਹੜਾ ਚੁੰਬੜਾ ਹੈਗਾ ਵਾ, ਚੁੰਬੜਾ ਤੋਂ ਮੁਰਾਦ ਹੈਗਾ ਵਾ ਸੂਈ ਦੀ ਨੋਕ, ਯਾਨੀ ਚੁੰਬਨ ਹੋਣਾ, ਸੂਈ ਦੀ ਨੋਕ ਆਣਾ, ਯਾਨੀ ਛੋਟੀਆਂ ਛੋਟੀਆਂ ਫੁਬਤੀਆਂ ਇਹਨਾਂ ਨੇ ਲਈਆਂ ਹੋਈਆਂ ਵਾ। ਯਾਨੀ ਤੰਜ਼ ਕੀਤਾ ਹੋਇਆ ਛੋਟੀ ਮੋਟੀ ਗੱਲਾਂ ਦੇ ਉੱਤੇ ਜਿਹੜੀ ਆਪਣੀ ਮਾਸ਼ਰੇ ਦੇ ਅੰਦਰ ਰਾਇਜ ਹੈਗੀ ਆ ਵਾ। ਇਹਨਾਂ ਨੇ ਇਹਦੇ ਜ਼ਰੀਏ ਆਪਣੀ ਪੰਜਾਬੀ ਸਕਾਫਤ ਦੀ ਨੁਮਾਇੰਦਗੀ ਵੀ ਕੀਤੀ ਆ, ਪੰਜਾਬੀ ਸਕਾਫਤ ਨੂੰ ਬਿਆਨ ਕੀਤਾ ਹੋਇਆ ਵਾ। ਤੇ ਇਹਨਾਂ ਨੇ ਇਹ ਜਿਹੜੀ ਕਿਤਾਬ ਲਿਖੀ ਆ, ਇਹਦੇ ਅੰਦਰ 192 ਸਫੇ ਨੇ ਤੇ ਟੋਟਲ ਜਿਹੜੇ ਮਜ਼ਮੂਨ ਹੈਗੇ ਨੇ ਉਹ 14 ਮਜ਼ਮੂਨ ਡਿਸਕਸ ਕੀਤੇ ਹੋਏ ਆ। ਇਹ ਤੁਹਾਨੂੰ ਐਮਸੀਕਿਊ ਦੇ ਹਿਸਾਬ ਦੇ ਨਾਲ ਤੇ ਇੰਟਰੋਡਕਸ਼ਨ ਦੇ ਹਿਸਾਬ ਨਾਲ ਇੱਕ ਇੰਤਹਾਈ ਜਿਹੜਾ ਵਾ ਵੈਲਿਡ ਡਾਟਾ ਫਰਾਹਮ ਕਰ ਦਿੱਤਾ ਵਾ। ਇਹਨਾਂ ਦੇ ਜਿਹੜੇ ਮਜ਼ਮੂਨ ਡਿਸਕਸ ਕੀਤੇ ਹੋਏ ਆ, ਉਹਨਾਂ ਦੇ ਅੰਦਰ ਇਹਨਾਂ ਨੇ ਪੰਜਾਬੀ ਸਕਾਫਤ ਬਿਆਨ ਕੀਤੀ ਆ। ਉਸ ਤੋਂ ਬਾਅਦ ਮਾਸ਼ਰੇ ਦੀ ਕੁਝ ਬੁਰਾਈਆਂ ਬਿਆਨ ਕੀਤੀਆਂ ਵਾ, ਜਾਂ ਰਿਸ਼ਵਤ ਦਾ ਇਹਨਾਂ ਨੇ ਬਿਆਨ ਕੀਤਾ, ਆਂਢ ਗੁਆਂਢ ਤੇ ਤਨਕੀਦ ਕੀਤੀ ਆ। ਤੇ ਜਿਹੜੀ ਆਪਣੀ ਸਕਾਫਤ ਦੀਆਂ ਕੋਈ ਗੱਲਾਂ ਰਹਿ ਚੁੱਕੀਆਂ ਜਾਂ ਸੀ ਪੱਗ ਜਾਂ ਪਰੋਣੇ ਉਹ ਖਤਮ ਹੋ ਰਹੇ ਆ, ਜਾਂ ਪੇਂਡੂ ਨਾਈ ਆ, ਉਹਨਾਂ ਨੂੰ ਡਿਸਕਸ ਕੀਤਾ ਵਾ। ਤੇ ਉਸ ਤੋਂ ਬਾਅਦ ਮਜ਼ਹਬੀ ਜਿਹੜੀ ਹੈਗੀ ਆ ਮਾਸ਼ਰੇ ਦੇ ਅੰਦਰ ਚੱਲ ਰਹੀ ਆ, ਉਹਨਾਂ ਨੂੰ ਵੀ ਡਿਸਕਸ ਕੀਤਾ। ਆਪਾਂ ਸਾਰਾ 1 ਬਾਏ 1 ਡਿਸਕਸ ਕਰਦੇ ਹਾਂ ਇਨਸ਼ਾਅੱਲਾ। ਇਹ ਤੁਸੀਂ ਜਦੋਂ ਲੈਕਚਰ ਦੇਖ ਲਓ ਤਾਂ ਤੁਸੀਂ ਭੁੱਲੋਗੇ ਨਹੀਂ ਕਿ ਜਿਹੜਾ ਇਹ ਸਵਾਲ ਆਏਗਾ ਤਾਂ ਤੁਸੀਂ ਇਹਨੂੰ 100% ਅਟੈਂਪਟ ਕਰੋਗੇ ਤਾਂ 16 ਚੋਂ ਤੁਸੀਂ ਇਨਸ਼ਾਅੱਲਾ 15 ਨੰਬਰ ਹੱਸ ਕੇ ਲੈ ਕੇ ਆਓਗੇ। ਸਵਾਲ ਤਿਆਰ ਕਰਨ ਲੱਗੇ ਆ ਕਿ ਕਿੱਦਾਂ ਚੁੰਬੜਾ ਜਿਹੜਾ ਵਾ ਤੰਜ਼ੋ ਮਜ਼ਾਹ ਵਾ ਤੇ ਉਹਨੇ ਮਾਸ਼ਰੇ ਦੀ ਅਕਾਸੀ ਕੀਤੀ ਹੋਈ ਆ। ਮੇਰਾ ਜਿਹੜਾ ਪੈਟਰਨ ਹੈਗਾ ਉਹ ਸਭ ਤੋਂ ਵੱਖਰਾ ਤੇ ਸਭ ਤੋਂ ਜੁਦਾ ਵਾ ਤੇ ਸਭ ਤੋਂ ਲਿਆਦਾ ਇੰਪੋਰਟੈਂਟ ਹੈਗਾ ਵਾ। ਮੈਂ ਪਹਿਲੇ ਤੁਹਾਨੂੰ ਹੈਡਿੰਗਾਂ ਲਿਖ ਦਿੰਦਾ ਵਾ, ਜਿਹਦੀ ਵਜ੍ਹਾ ਤੋਂ ਤੁਹਾਨੂੰ ਅੱਗੇ ਕੰਮ ਕਰਨ 'ਚ ਬੜੀ ਆਸਾਨੀ ਹੁੰਦੀ ਹੈ। ਇੱਧਰ ਮੈਂ ਸਾਰੇ ਇਹਨਾਂ ਦੇ ਮਜ਼ਮੂਨ ਡਿਸਕਸ ਕਰ ਦਾਂਗਾ, ਇੱਧਰ ਉਹ ਹੈਡਿੰਗਾਂ ਡਿਸਕਸ ਕਰ ਦਾਂਗਾ, ਜਿਹਦੇ ਅੰਦਰ ਤੁਸੀਂ ਕੋਈ ਵੀ ਮਜ਼ਮੂਨ ਪੁੱਟ ਕਰਕੇ ਇਹ ਸਵਾਲ ਪੂਰਾ ਕਰ ਸਕਦੇ ਹੋ। ਪਹਿਲੇ ਨੰਬਰ ਤੇ ਇਹਨਾਂ ਨੇ ਮਾਸ਼ਰੇ ਦੇ ਜਿਹੜੇ ਹਾਲਾਤ ਆ ਉਹਨਾਂ ਦੀ ਅਕਾਸੀ ਕੀਤੀ ਆ। ਕੋਈ ਵੀ ਰਾਈਟਰ ਜਦੋਂ ਲਿਖਦਾ ਵਾ ਤੇ ਉਹਨਾਂ ਨੇ ਮਾਸ਼ਰੇ ਦੇ ਹਾਲਾਤ ਦੀ ਅਕਾਸੀ ਤੇ ਕਰਨੀ ਹੁੰਦੀ ਆ। ਤੇ ਉਸ ਤੋਂ ਬਾਅਦ ਉਹ ਮਾਸ਼ਰਤੀ ਜਿਹੜੀਆਂ ਕੋਈ ਬੁਰਾਈਆਂ ਚੱਲ ਰਹੀਆਂ ਵਾ ਜਾਂ ਸਮਾਜੀ ਜਿਹੜੀਆਂ ਬੁਰਾਈਆਂ ਹੈਗੀਆਂ ਵਾ ਉਹਨਾਂ ਨਾਲ ਧਿਆਨ ਵੀ ਦਿੰਦਾ ਵਾ। ਇਹ ਜਿਹੜੇ ਰਾਈਟਰ ਦੀ ਇਹ ਖੂਬੀ ਹੁੰਦੀ ਆ। ਉਸ ਤੋਂ ਬਾਅਦ ਰਾਈਟਰ ਜਿਹੜਾ ਹੈਗਾ ਵਾ, ਜਿਹੜਾ ਕਿ ਪੰਜਾਬੀ 'ਚ ਲਿਖ ਰਿਹਾ ਵਾ, ਖਸੂਸਨ ਉਹ ਸਕਾਫਤ ਦੀ ਲਾਜ਼ਮੀ ਨੁਮਾਇੰਦਗੀ ਕਰਦਾ ਵਾ, ਸਕਾਫਤ ਦੀ ਨੁਮਾਇੰਦਗੀ ਕਰ ਰਿਹਾ ਹੁੰਦਾ ਵਾ। ਜਾਂ ਸਕਾਫਤ ਦੇ ਅੰਦਰ ਜਿਹੜੀ ਕੋਈ ਨੋਕ ਝੋਕ ਆ ਗਈ ਆ ਜਾਂ ਸਕਾਫਤੀ ਜਿਹੜੀ ਆਪਣੀਆਂ ਕਦਰਾਂ ਹੈਗੀਆਂ ਵਾ ਤਬਾਹ ਹੋ ਗਈਆਂ ਵਾ, ਉਹਨਾਂ ਦਾ ਬਿਆਨ ਵੀ ਕਰਦਾ ਵਾ ਕਿ ਆਪਣੀਆਂ ਸਕਾਫਤੀ ਕਦਰਾਂ ਕਿੱਦਾਂ ਤਬਾਹ ਹੋ ਗਿਆ ਵਾ। ਉਸ ਤੋਂ ਬਾਅਦ ਪੇਂਡੂ ਜ਼ਿੰਦਗੀ ਨਾ ਹੋਵੇ, ਤੇ ਇਹ ਹੋ ਸਕਦਾ ਵਾ ਕਿ ਕੋਈ ਰਾਈਟਰ ਲਿਖੇ ਜੋ ਉੱਥੇ ਪੇਂਡੂ ਜ਼ਿੰਦਗੀ ਨਾ ਹੋਵੇ, ਪੇਂਡੂ ਜ਼ਿੰਦਗੀ ਦੀ ਝਲਕ। ਕਿਉਂਕਿ ਪਾਕਿਸਤਾਨ ਦੇ ਅੰਦਰ ਵੀ ਜਿਹੜੇ 14 ਕਰੋੜ ਬੰਦੇ ਆ ਉਹ ਪਿੰਡ ਦੇ ਅੰਦਰ ਰਹਿੰਦੇ ਆ, 10 ਕਰੋੜ ਹੀ ਬਲਕਿ 9 ਕਰੋੜ ਜਿਹੜੇ ਆ ਉਹ ਸ਼ਹਿਰਾਂ ਦੇ ਅੰਦਰ ਜ਼ਿੰਦਗੀ ਗੁਜ਼ਾਰਦੇ ਆ। ਯਾਨੀ ਪਾਕਿਸਤਾਨ ਦੇ ਅੰਦਰ ਵੀ ਜ਼ਿਆਦਾਤਰ ਲੋਕ ਗਾਉਂ 'ਚ ਰਹਿੰਦੇ ਆ। ਉਸ ਤੋਂ ਬਾਅਦ ਜਦੋਂ ਕੋਈ ਲਿਖਦਾ ਉਹਦੇ ਅੰਦਰ ਮੰਜ਼ਰ ਨਗਾਰੀ ਜ਼ਰੂਰ ਹੁੰਦੀ ਆ, ਤੇ ਉਸ ਤੋਂ ਬਾਅਦ ਹਕੀਕਤ ਨਗਾਰੀ ਵੀ ਹੁੰਦੀ ਆ। ਰਾਈਟਰ ਹਕੀਕਤ ਵੀ ਲਿਖਦਾ ਵਾ ਆਪਣੀਆਂ ਕਹਾਣੀਆਂ ਦੇ ਅੰਦਰ, ਅਫਸਾਨਿਆਂ ਦੇ ਅੰਦਰ, ਇੰਸ਼ਾਈਆ ਦੇ ਅੰਦਰ। ਤੇ ਕਿਰਦਾਰ ਨਗਾਰੀ ਤਾਂ ਮਸਟ ਪਹਿਲੂ ਆ ਨਾ, ਜਿਹੜਾ ਕਿ ਹਰ ਇੱਕ ਅਦਬ ਦੀ ਤੇ ਰਾਈਟਿੰਗ ਦੇ ਅੰਦਰ ਮੌਜੂਦ ਹੁੰਦਾ ਵਾ। ਫਿਰ ਪਲਾਟ ਵੀ ਤੁਸੀਂ ਡਿਸਕਸ ਕਰ ਸਕਦੇ ਆ। ਸਾਰੇ ਪੁਆਇੰਟ ਆ ਜਿਹੜੇ ਮੈਂ ਤੁਹਾਨੂੰ ਹਰ ਜਗ੍ਹਾ ਇਹ ਲਿਖ ਕੇ ਦਿੱਤੇ ਹੋਏ ਆ। ਉਸ ਤੋਂ ਬਾਅਦ ਗੈਰ ਜ਼ਰੂਰੀ ਤਵਾਲਤ, ਤੁਸੀਂ ਆ ਵੀ ਪੁਆਇੰਟ ਬਣਾ ਸਕਦੇ ਆ ਕਿ ਉਹਨੇ ਆਪਣੀ ਮਕਸਦ ਦੀ ਗੱਲ ਕੀਤੀ ਆ ਤੇ ਸਿੱਧਾ ਟਾਰਗੇਟ ਕੀਤਾ ਹੋਇਆ ਵਾ। ਉਸ ਤੋਂ ਬਾਅਦ ਕਿਰਦਾਰ ਨਗਾਰੀ, ਹਕੀਕਤ ਨਗਾਰੀ, ਮੰਜ਼ਰ ਨਗਾਰੀ, ਆ ਸਾਰੇ ਸਾਡੇ ਪੁਆਇੰਟ ਜਿਹੜੇ ਆ ਉਹ ਪੂਰੇ ਹੋ ਜੂਗੇ, ਤੇ ਜਿਹਦੀ ਵਜ੍ਹਾ ਤੋਂ ਤੁਸੀਂ ਇਹਨੂੰ ਅਟੈਂਪਟ ਈਜ਼ੀਲੀ ਕਰ ਸਕੋਗੇ। ਹੁਣ ਆਪਾਂ ਡਿਸਕਸ ਕਰਾਂਗੇ ਇਹਨਾਂ ਨੇ ਜਿਹੜੇ ਮਜ਼ਮੂਨ ਇਹਦੇ ਅੰਦਰ ਡਿਸਕਸ ਕੀਤੇ ਆ ਉਹ ਕਿਹੜੇ ਕਿਹੜੇ ਹੈਗੇ ਆ। ਆਪਾਂ ਨੂੰ ਉਹਦਾ ਪਤਾ ਲੱਗੂਗਾ, ਉਹ ਤੋਂ ਆਪਾਂ ਦੇਖ ਕੇ ਇੱਧਰ ਆਪਾਂ ਆਉਂਦੇ ਜਾਵਾਂਗੇ। ਇਹਨਾਂ ਨੇ ਜਿਹੜਾ ਪਹਿਲਾ ਮਜ਼ਮੂਨ ਡਿਸਕਸ ਕੀਤਾ ਹੋਇਆ ਵਾ ਉਹਦਾ ਨਾਂ ਹੈਗਾ ਜੀ ਦਬਾਚਾ।
ਉਹਦਾ ਨਾਂ ਹੈ ਜੀ ਦਿਬਾਚਾ। ਦਿਬਾਚਾ ਕੀ ਹੁੰਦਾ ਵਾ? ਕਿਸੇ ਵੀ ਕਿਤਾਬ ਦੇ ਸ਼ੁਰੂ ਤੇ ਜਿਹੜਾ ਇੰਟਰੋਡਕਸ਼ਨ ਲਿਖਿਆ ਜਾਂਦਾ ਉਹਨੂੰ ਦਿਬਾਚਾ ਕਹਿੰਦੇ ਆ। ਇਹਨਾਂ ਨੇ ਇਹ ਤਨਕੀਦ ਕੀਤੀ ਆ ਕਿ ਜਿਹੜੇ ਅੱਜ ਦੇ ਦਿਬਾਚਾ ਨਗਾਰ ਹੈਗੇ ਆ, ਇਹਨਾਂ ਦੀ ਜਿਹੜੀ ਹੈਗੀ ਆ ਕੁਆਲਿਟੀ ਘੱਟ ਹੋ ਗਈ ਆ ਤੇ ਕੁਆਂਟੀਟੀ ਬਹੁਤੀ ਹੋ ਗਈ ਆ। ਪਹਿਲੇ ਦਿਬਾਚਾ ਸਿਰਫ ਸਵਾਬ ਲਈ ਲਿਖਿਆ ਜਾਂਦਾ ਸੀ, ਹਮਤ ਨਾ ਤੇ ਮਨਕਬਤ ਦਾ, ਲੇਕਿਨ ਅੱਜ ਕੱਲ੍ਹ ਤਾਂ ਮਾਲ ਲਈ, ਪੈਸੇ ਕਮਾਉਣ ਲਈ ਲਿਖਿਆ ਜਾਂਦਾ ਵਾ, ਤੇ ਲਿਆਦਾ ਮਾਸ਼ਰੇ ਅੰਦਰ ਦਿਬਾਚਾ ਨਗਾਰ ਹੀ ਤੁਰੇ ਫਿਰਦੇ ਨੇ। ਦੂਸਰਾ ਜਿਹੜਾ ਇਹਨਾਂ ਦਾ ਇੰਸ਼ਾਈਆ ਹੈਗਾ ਉਹ ਹੈਗਾ ਜੀ ਚਾਚਾ ਨੂਰਾ। ਚਾਚਾ ਨੂਰਾ ਕੀ ਆ? ਮਾਸ਼ਰੇ ਦਾ ਉਹ ਕਿਰਦਾਰ ਆ ਜਿਹੜੇ ਕਿ ਅੱਜ ਕੱਲ੍ਹ ਤੁਹਾਨੂੰ ਵੀ ਇੱਧਰ ਉੱਧਰ ਆਪਣੀ ਜਗ੍ਹਾ ਤੇ ਮਿਲਦੇ ਹੋਣਗੇ, ਜਿਹਨੂੰ ਤੁਸੀਂ ਛੱਡੂ ਕਿਰਦਾਰ ਵੀ ਕਹਿ ਸਕਦੇ ਆ, ਜਿਹੜਾ ਕਿ ਹਰ ਇੱਕ ਚਾਚਾ ਨੂਰਾ ਕਹਿਲਾਉਂਦਾ ਆਪਣੀ ਬੁੜੀ ਦੇ ਕੋਲ ਵੀ, ਹਾਲਾਂਕਿ ਚਾਚਾ ਉਹ ਨੂਰਾ ਕਹਿਲਾਉਂਦਾ ਵਾ। ਤੇ ਵੱਡੀਆਂ ਛੱਡਦਾ ਕਿ ਮੈਂ ਜਦੋਂ ਫੌਜ 'ਚ ਸੀਗਾ ਤੇ ਮੈਂ ਜਿਹੜਾ ਹੈਗਾ ਜ਼ੁਲਮਾਂ ਔਰ ਦੂਸਰੇ ਜਿਹੜੇ ਆਪਣੇ ਮੁਖਾਲਫ ਸੀ ਉਹਨਾਂ ਦੀ ਅੱਖ ਦੇ ਵਿੱਚ ਅੱਖ ਪਾ ਕੇ ਉਹਨਾਂ ਦੀ ਅੱਖ ਕੱਢ ਦਿੱਤੀ, ਸ਼ੇਰ ਦੀ ਅੱਖ 'ਚ ਅੱਖ ਪਾ ਕੇ ਉਹਦੀ ਅੱਖ ਕੱਢ ਦਿੱਤੀ। ਤੇ ਉਸ ਤੋਂ ਬਾਅਦ ਮੈਂ ਸਰਕ ਪੜ ਕੇ ਜਿਹੜਾ ਮੁਰਗਾਬੀਆਂ ਦਾ ਸ਼ਿਕਾਰ ਕੀਤਾ ਤੇ ਬਾਅਦ 'ਚੋਂ ਉਹਨਾਂ ਨੂੰ ਬਿੱਲੀਆਂ ਨੂੰ ਖਵਾਇਆ। ਤੇ ਇੱਕ ਦਿਨ ਹਾਲਾਂਕਿ ਗਿੱਦੜ ਸਾਹਮਣੇ ਆਇਆ ਤੇ ਉਹ ਡਰਨ ਲੱਗ ਗਏ। ਯਾਨੀ ਉਹ ਮਾਸ਼ਰੇ ਦਾ ਕਿਰਦਾਰ ਨਗਾਰੀ ਕਿਰਦਾਰ ਹੈਗਾ ਵਾ, ਜਿਹੜੇ ਅੱਜ ਵੀ ਆਪਣੇ ਇਰਦ ਗਿਰਦ ਮੌਜੂਦ ਆ, ਜਿਹਨਾਂ ਕੋਲ ਹੁੰਦਾ ਕੁਛ ਨਹੀਂ ਹੈ ਲੇਕਿਨ ਉਹ ਛੱਡਦੇ ਆ, ਵੱਡੀਆਂ ਛੱਡਦੇ ਆ ਕਿ ਮੈਂ ਆਹ ਕਰ ਦਿੰਦਾ ਵਾ ਜਾਂ ਆਹ ਕਰ ਦਿੱਤਾ ਹੋਇਆ ਵਾ। ਤੀਸਰੇ ਨੰਬਰ ਤੇ ਜਿਹੜਾ ਆਪਾਂ ਡਿਸਕਸ ਕਰਾਂਗੇ ਆਂਢ ਗੁਆਂਢ ਤੋਂ ਮੁਰਾਦ ਯਾਨੀ ਮਾਸ਼ਰੇ ਦੇ ਅੰਦਰ ਤੁਸੀਂ ਇਹਨੂੰ ਮਾਸ਼ਰੇ ਦੀ ਜਿਹੜੇ ਹਾਲਾਤ ਦੀ ਅਕਾਸੀ ਦੇ ਅੰਦਰ ਇਹਨੂੰ ਡਿਸਕਸ ਕਰੋਗੇ ਕਿ ਕਿੱਦਾਂ ਜਿਹੜਾ ਹੈਗਾ ਵਾ ਅਰਸ਼ਦ ਮੀਰ ਕਹਿੰਦਾ ਵਾ ਕਿ ਮੈਂ ਆਪਣੇ ਆਂਢ ਗੁਆਂਢ ਤੋਂ ਬੜਾ ਤੰਗ ਆ। ਬੰਦੇ ਦੇ ਆਂਢ ਗੁਆਂਢ ਜਾਂ ਹੋਣੇ ਨਹੀਂ ਚਾਹੀਦੇ ਜਾਂ ਹੋਣ ਤੇ ਉਹ ਚੰਗੇ ਹੋਣੇ ਚਾਹੀਦੇ ਆ ਤਾਂ ਕਿ ਬੰਦਾ ਪੁਰਸਕੂਨ ਜ਼ਿੰਦਗੀ ਗੁਜ਼ਾਰ ਸਕਣ। ਉਹ ਆਪਣੇ ਜਿਹੜੇ ਪੁਲਿਸ ਵਾਲਾ ਆਂਢ ਗੁਆਂਢ ਤੇ ਉਸ ਤੋਂ ਬਾਅਦ ਰਣਮਰੀਦ ਦੀ ਲੜਾਈ ਦੀ ਵਜ੍ਹਾ ਤੋਂ ਉਹ ਬੜਾ ਆਪਣੇ ਆਂਢ ਗੁਆਂਢਾਂ ਤੋਂ ਤੰਗ ਆ। ਇਹਨੂੰ ਤੁਸੀਂ ਮਾਸ਼ਰੇ ਦੀ ਹਾਲਾਤ ਦੀ ਅਕਾਸੀ ਦੇ ਅੰਦਰ ਪਾ ਸਕਦੇ ਆ। ਦਿਬਾਚੇ ਨੂੰ ਤੁਸੀਂ ਜਿਹੜਾ ਹੈਗਾ ਵਾ ਹਕੀਕਤ ਨਗਾਰੀ ਦੇ ਅੰਦਰ ਵੀ ਪਾ ਸਕਦੇ ਆ। ਉਸ ਤੋਂ ਬਾਅਦ ਮਾਸ਼ਰੇ ਦੇ ਹਾਲਾਤ ਦੀ ਅਕਾਸੀ 'ਚ ਪਾ ਸਕਦੇ ਆ, ਆਪਣੀ ਸਕਾਫਤੀ ਕਦਰਾਂ ਦੀ ਤਬਾਹੀ 'ਚ ਪਾ ਸਕਦੇ ਆ। ਚਾਚੇ ਨੂਰਿਆਂ ਨੂੰ ਤੁਸੀਂ ਜਿਹੜਾ ਕਿਰਦਾਰ ਨਗਾਰੀ ਦੇ ਅੰਦਰ ਪਾ ਸਕਦੇ ਆ। ਉਸ ਤੋਂ ਬਾਅਦ ਜਿਹੜਾ ਹੈਗਾ ਵਾ ਮਾਸ਼ਰਤੀ ਹਾਲਾਤ ਦੀ ਅਕਾਸੀ ਦੇ ਅੰਦਰ ਵੀ ਪਾ ਸਕਦੇ ਆ। ਇਸ ਤਰ੍ਹਾਂ ਤੁਸੀਂ ਇੱਕ ਹੀ ਸਟੋਰੀ ਨੂੰ, ਇੱਕ ਹੀ ਕਹਾਣੀ ਨੂੰ, ਇੱਕ ਹੀ ਇਨਸ਼ਾਈਏ ਨੂੰ 2-3 ਹੈਡਿੰਗਾਂ 'ਚ ਡਿਸਕਸ ਕਰਨਾ ਚਾਹੋ ਤੇ ਕਰ ਸਕਦੇ ਹੋ। ਹੁਣ ਜਿਹੜੇ ਆਪਾਂ ਡਿਸਕਸ ਕਰਾਂਗੇ ਹੋਰ ਇਹਦੇ ਇਨਸ਼ਾਈਏ, ਉਹਦੇ ਅੰਦਰ ਜਿਹੜਾ ਹੈਗਾ ਵਾ ਨੰਬਰ 1 ਹੈਗਾ ਮੁੱਛਾਂ ਦੇ ਅੰਦਰ ਕੀ ਡਿਸਕਸ ਕਰਦੇ ਆ। ਇਹ ਕਹਿੰਦੇ ਜੀ ਕਦੀ ਜਿੱਦਾਂ ਔਰਤ ਦਾ ਜਿਹੜਾ ਗਹਿਣਾ ਵਾ ਜ਼ੇਵਰ ਆ, ਇੱਦਾਂ ਹੀ ਮਰਦ ਦਾ ਜਿਹੜਾ ਜ਼ੇਵਰ ਹੈਗਾ ਉਹ ਮੁੱਛਾਂ ਹੈਗੀ ਆ ਵਾ। ਲੇਕਿਨ ਅੱਜ ਦੇ ਕੱਲ੍ਹ ਦੇ ਜਵਾਨ ਜਿਹੜੇ ਮੁੱਛਾਂ ਘਟਾ ਰਹੇ ਆ, ਮੁੱਛਾਂ ਵੱਲ ਧਿਆਨ ਨਹੀਂ ਦੇ ਰਹੇ। ਯਾਨੀ ਇਹਨਾਂ ਨੇ ਆਪਣੀ ਸਕਾਫਤ ਦੀ ਨੁਮਾਇੰਦਗੀ ਕੀਤੀ ਹੈ ਕਿ ਮੁੱਛਾਂ ਸਾਡੀ ਸਕਾਫਤ ਆ, ਲੇਕਿਨ ਮਰਦ ਇਹਦੇ ਤੋਂ ਉਕਤਾਉਂਦੇ ਆ, ਪਿੱਛੇ ਜਾ ਰਿਹਾ। ਇੱਦਾਂ ਹੀ ਇਹਨਾਂ ਨੇ ਪੱਗ, ਅਗਲਾ ਜਿਹੜਾ ਮੌਜੂ ਆ ਉਹ ਪੱਗ ਤੇ ਇਹਨਾਂ ਨੇ ਡਿਸਕਸ ਕੀਤਾ ਹੈ ਕਿ ਕਿੱਦਾਂ ਹੁਣ ਸਿਰਫ ਪੱਗ ਜਿਹੜੀ ਆ ਉਹ ਬਹਿਰਿਆਂ ਦੀ ਇੱਜ਼ਤ ਦਾ ਨਿਸ਼ਾਨ ਹੁੰਦੀ ਸੀ, ਅੱਜ ਸਿਰਫ ਜਿਹੜੇ ਵੇਟਰ ਆ ਉਹ ਪੱਗ ਪਾਉਂਦੇ ਨੇ। ਇਹਦੇ 'ਚ ਮੁਖਤਲਿਫ ਕਿਸਮ ਦੀਆਂ ਪੱਗ ਦੀਆਂ ਕਿਸਮਾਂ ਵੀ ਉਹ ਬਿਆਨ ਕਰਦੇ ਨੇ ਕਿ ਪੱਗ ਦੀਆਂ ਬਹੁਤ ਸਾਰੀਆਂ ਕਿਸਮਾਂ ਹੈਗੀਆਂ। ਉਸ ਤੋਂ ਬਾਅਦ ਜਿਹੜਾ ਹੈਗਾ ਉਹ ਪ੍ਰਾਹੁਣੇ ਇਹ ਪ੍ਰਾਹੁਣੇ ਦੀਆਂ ਮੁਖਤਲਿਫ ਕਿਸਮਾਂ ਬਿਆਨ ਕਰਦੇ ਆ ਕਿ ਜਿਹੜੇ ਹੈਗੇ ਆ ਪਹਿਲੇ ਕਿਤੇ ਪ੍ਰਾਹੁਣਿਆਂ ਨੂੰ ਬਹੁਤ ਇੱਜ਼ਤ ਦਿੱਤੀ ਜਾਂਦੀ ਸੀ। ਅੰਦਰ ਉਹ ਪ੍ਰਾਹੁਣੇ ਦੀਆਂ ਮੁਖਤਲਿਫ ਕਿਸਮ ਦੀਆਂ ਕਿਸਮਾਂ ਬਿਆਨ ਕਰਦੇ ਨੇ ਕਿ ਪ੍ਰਾਹੁਣੇ 2 ਤਰ੍ਹਾਂ ਦੇ ਹੁੰਦੇ ਆ। ਇੱਕ ਉਹ ਆ ਜਿਹੜੇ ਸਸੁਰਾਲ ਸਾਰੀ ਜ਼ਿੰਦਗੀ ਰਹਿੰਦੇ ਆ, ਉਹਨਾਂ ਦੀ ਖਿਦਮਤ ਕਰਦੇ ਆ ਤੇ ਉਹਨਾਂ ਕੋਈ ਖਾਂਦੇ ਪੀਂਦੇ ਆ ਤੇ ਉਹਨਾਂ ਦੇ ਸਿਰ ਤੇ ਹੀ ਜ਼ਿੰਦਾ ਰਹਿੰਦੇ ਆ। ਦੂਜੀ ਕਿਸਮ ਇਹ ਹੈਗੀ ਆ ਜਿਹੜੇ ਕਮਾਈ ਤਾਂ ਖੁਦ ਕਰਦੇ ਆ, ਲੇਕਿਨ ਜਿਹੜੇ ਹੈਗੀ ਕਮਾਈ ਕਰਕੇ ਆਪਣੇ ਸਸੁਰਾਲ ਭੇਜਦੇ ਰਹਿੰਦੇ ਆ ਤੇ ਉਹਨਾਂ ਦੀ ਖਿਦਮਤ ਗੁਜ਼ਾਰੀ ਕਰਦੇ ਰਹਿੰਦੇ। ਇੱਕ ਖੁਦ ਖਿਦਮਤ ਕਰਾਉਂਦੇ, ਦੂਸਰੇ ਉਹਨਾਂ ਦੀ ਖਿਦਮਤ ਕਰਦੇ ਰਹਿੰਦੇ ਆ। ਦੂਸਰਾ ਇਹਨਾਂ ਨੇ ਇਹ ਕਿਹਾ ਵਾ ਕਿ ਜਿਹੜੇ ਪ੍ਰਾਹੁਣੇ ਆ ਕਦੀ ਉਹ ਆਪਣੇ ਲਈ ਰਹਿਮਤ ਦਾ ਨਿਸ਼ਾਨ ਸੀ, ਲੇਕਿਨ ਅੱਜ ਕੱਲ੍ਹ ਉਹਨੂੰ ਸਹਿਮਤ ਸਮਝਿਆ ਜਾ ਰਿਹਾ ਵਾ। ਉਸ ਤੋਂ ਬਾਅਦ ਜਿਹੜੇ ਆਪਾਂ ਅਗਲੇ ਡਿਸਕਸ ਕਰਾਂਗੇ ਉਹ ਹੈਗਾ ਚੱਟੀ ਚੀਰ ਯਾਨੀ ਰਿਸ਼ਵਤ। ਚੱਟੀ ਚੀਰ ਇਹਦੇ ਅੰਦਰ ਉਹ ਮੁਖਤਲਿਫ ਕਿਸਮ ਦੀ ਰਿਸ਼ਵਤ ਦੀਆਂ ਕਿਸਮਾਂ ਬਿਆਨ ਕਰਦੇ ਆ ਕਿ ਹਰ ਕੰਮ ਲਈ ਰਿਸ਼ਵਤ ਲੈਣਾ ਪੈਂਦੀ ਆ ਜਾਂ ਦੇਣਾ ਪੈਂਦੀ ਆ। ਯਾਨੀ ਅਗਰ ਕਿਸੇ ਨੇ ਕੋਈ ਡਿਗਰੀ ਲੈਣੀ ਆ ਉਹਦੇ ਲਈ ਵੀ ਉਹਨੂੰ ਰਿਸ਼ਵਤ ਦੇਣਾ ਪੈਂਦੀ ਆ। ਕੋਈ ਉਹਨੇ ਛੋਟਾ ਮੋਟਾ ਕੰਮ ਕਰਨਾ ਵਾ ਉਹਦੇ ਲਈ ਵੀ ਉਹਨੂੰ ਰਿਸ਼ਵਤ ਦੇਣੀ ਪੈਂਦੀ ਆ। ਜਾਂ ਜਿਹੜੀ ਸਭ ਨਾਲ ਖਤਰਨਾਕ ਰਿਸ਼ਵਤ ਹੈਗੀ ਆ ਜਿਹੜੀ ਕਿ ਸਿਆਸਤਦਾਨ ਲੈਂਦੇ ਆ, ਜਿਹੜੇ ਕਿ ਮੁਲਕ ਦੇ ਸੌਦੇ ਵੀ ਕਰ ਦਿੰਦੇ ਆ। ਯਾਨੀ ਰਿਸ਼ਵਤ ਦੀਆਂ ਮੁਖਤਲਿਫ ਕਿਸਮਾਂ ਬਿਆਨ ਕੀਤੀਆਂ ਗਈਆਂ। ਜਿੱਦਾਂ ਕੋਈ ਪੁਲਿਸ ਵਾਲੇ ਰਿਸ਼ਵਤ ਲੈਂਦੇ ਆ, ਇਹਦੇ ਅੰਦਰ ਉਹ ਡਿਸਕਸ ਕੀਤਾ ਗਿਆ। ਉਸ ਤੋਂ ਬਾਅਦ ਅੱਗੇ ਆਪਾਂ ਡਿਸਕਸ ਕਰਾਂਗੇ ਜੀ ਪੇਂਡੂ ਨਾਈ ਕੀ ਆ? ਪਿੰਡ ਦਾ ਉਹ ਨਾਈ ਆ ਜਿਹਨੂੰ ਲੋਕੀ ਥੋੜੀ ਜੀ ਸਿਰਫ ਇੱਕ ਸਾਲ ਦੇ ਬਾਅਦ ਥੋੜੇ ਜਿਹੇ ਗੰਦਮ ਦੇ ਭੋਰਾ ਦਾਣਿਆਂ ਦੇ ਅੰਦਰ ਸਾਰਾ ਸਾਲ ਉਹਦੇ ਕੋਲ ਖਿਦਮਤ ਕਰਾਉਂਦੇ ਆ, ਉਹਦੇ ਕੋਲ ਆਪਣੀ ਸ਼ੇਵ ਕਰਾਉਂਦੇ ਆ, ਵਾਲ ਕਟਾਉਂਦੇ ਆ, ਲੇਕਿਨ ਉਹਨੂੰ ਦਿੰਦੇ ਕੁਛ ਨਹੀਂ। ਇਹ ਉਹ ਸੁੱਤਾ ਹੋਇਆ ਸ਼ੇਰ ਆ ਜਿਹੜਾ ਇੱਕ ਦਿਨ ਜਾਗ ਗਿਆ ਤੇ ਉਹ ਬੜਾ ਖਤਰਨਾਕ ਹੋ ਜਾਊਗਾ। ਯਾਨੀ ਜਿਹੜੀ ਮਾਸ਼ਰੇ ਦੇ ਅੰਦਰ ਦਰਮਿਆਨੇ ਤਬਕੇ ਦੀ ਜਿਹੜੀ ਹੈਗੀ ਆ ਨੁਮਾਇੰਦਗੀ ਇਹਨਾਂ ਨੇ ਕੀਤੀ ਹੋਈ ਆ ਕਿ ਕਿੱਦਾਂ ਮਾਸ਼ਰੇ ਦੇ ਅੰਦਰ ਉਹਨੂੰ ਦਬਾਇਆ ਹੀ ਜਾਂਦਾ ਰਹਿੰਦਾ। ਇੱਕ ਹਕੀਕਤ ਨੂੰ ਡਿਸਕਸ ਕੀਤਾ ਹੋਇਆ ਜਾਂ ਮਾਸ਼ਰੇ ਦੇ ਜਿਹੜੇ ਬੁਰਾਈ ਹਾਲ ਇਹਨਾਂ ਨੇ ਧਿਆਨ ਦਿੱਤਾ ਹੋਇਆ। ਉਸ ਤੋਂ ਬਾਅਦ ਜਿਹੜਾ ਤੀਸਰਾ ਹੈਗਾ ਤਕਰੀਰ ਦਾ ਫਨ। ਇਹਦੇ ਅੰਦਰ ਇਹਨਾਂ ਨੇ ਜਿਹੜੇ ਆਪਣਾ ਮਜ਼ਹਬੀ ਤਬਕਾ ਹੈਗਾ ਵਾ
ਉਹਨਾਂ ਨੂੰ ਕਾਬੂ ਕੀਤਾ ਹੋਇਆ। ਕਿੱਦਾਂ ਆਪਣਾ ਮਜ਼ਹਬੀ ਤਬਕਾ ਜਿਹੜਾ ਹੈਗਾ ਸਿਰਫ ਤਕਰੀਰ ਕਰ ਕਰਕੇ ਤੇ ਝੂਠ ਮੂਠ ਕਰਕੇ ਆਪਣੀ ਰੋਟੀ ਦਾ ਬੰਦੋਬਸਤ ਕਰ ਲੈਂਦੇ ਆ, ਤੇ ਕਿੱਦਾਂ ਆਪਣੇ ਮਜ਼ਹਬ ਨੂੰ ਵੀ ਵੇਚ ਕੇ ਤੇ ਜਿਹੜਾ ਵਾ ਕੋਲੋਂ ਹੀ ਗੱਲਾਂ ਬਣਾ ਕੇ ਤੇ ਆਪਣਾ ਘਰ ਚਲਾਉਂਦੇ ਆ। ਯਾਨੀ ਮਾਸ਼ਰੇ ਦੀ ਜਿਹੜਾ ਹੈਗਾ ਬੁਰਾਈ ਆ ਉਹਨੂੰ ਡਿਸਕਸ ਕੀਤਾ ਹੋਇਆ ਵਾ। ਉਸ ਤੋਂ ਬਾਅਦ ਹੁਣ ਜਿਹੜਾ ਆਪਾਂ ਡਿਸਕਸ ਕਰਾਂਗੇ ਉਹ ਹੈਗਾ ਜੀ ਹੁੱਕਾ ਪਰਿਆਂ ਦਾ ਪ੍ਰਧਾਨ। ਯਾਨੀ ਜਿਹੜੀ ਪੰਜਾਬੀ ਸਕਾਫਤ ਆ ਉਹਦੀ ਨੁਮਾਇੰਦਗੀ ਕੀਤੀ ਹੋਈ ਆ ਹੁੱਕਾ ਪਰਿਆਂ ਦਾ ਪ੍ਰਧਾਨ। ਕਿ ਇਹ ਹੁੱਕੇ ਦੀਆਂ ਮੁxtਲਿਫ ਕਿਸਮਾਂ ਬਿਆਨ ਕਰਦੇ ਕਿ ਹੁੱਕਾ ਹਕੀਮ ਲੁਕਮਾਨ ਤੋਂ ਜਿਹੜਾ ਵਾ ਸ਼ੁਰੂ ਹੋਇਆ, ਉਸ ਤੋਂ ਬਾਅਦ ਅਮਰੀਕਾ ਚ ਆਇਆ ਵਾ, ਅਮਰੀਕਾ ਚ, ਈਰਾਨ ਚ, ਅਫਗਾਨਿਸਤਾਨ ਚ ਹੁੱਕਾ ਮੌਜੂਦ ਆ। ਹੁੱਕੇ ਦੀਆਂ ਮੁxtਲਿਫ ਕਿਸਮਾਂ ਵਾ, ਕੋਈ ਫਰਸ਼ੀ ਹੁੱਕਾ ਵਾ, ਕੋਈ ਸਫਰੀ ਹੁੱਕਾ ਵਾ ਵਗੈਰਾ। ਯਾਨੀ ਆਪਣੀ ਸਕਾਫਤ ਦੀ ਨੁਮਾਇੰਦਗੀ ਕੀਤੀ ਹੋਈ ਹੈ, ਪੰਜਾਬੀ ਸਕਾਫਤ ਦੀ ਨੁਮਾਇੰਦਗੀ। ਉਸ ਤੋਂ ਬਾਅਦ ਜੀ ਬੱਸ ਦਾ ਸਫ਼ਰ ਆ ਉਹਨਾਂ ਨੇ ਮੰਜ਼ਰ ਨਗਾਰੀ ਕੀਤੀ ਕਿ ਬੱਸ ਦਾ ਸਫ਼ਰ ਕਿੱਦਾਂ ਦਾ ਹੁੰਦਾ ਵਾ। ਹਰ ਪਾਸੋਂ ਬੱਸ ਮੁਕੰਮਲ ਫੁੱਲ ਹੁੰਦੀ, ਭਰੀ ਹੁੰਦੀ, ਬੰਦੇ ਤੇ ਬੰਦਾ ਚੜਿਆ ਹੁੰਦਾ, ਲੇਕਿਨ ਜਿਹੜਾ ਕੰਡਕਟਰ ਆ ਵਾਅਦਾ ਦੇ ਕੇ ਹੋਰ ਬੰਦੇ ਬੁਲਵਾ ਰਿਹਾ ਹੁੰਦਾ ਵਾ ਜਿੱਦਾਂ ਕਿ ਬੱਸ ਪੂਰੀ ਮੁਕੰਮਲ ਖਾਲੀ ਹੈਗੀ ਆ। ਯਾਨੀ ਅਗਰ ਕਿਸੇ ਨੇ ਆਪਣੀ ਜ਼ਿੰਦਗੀ ਬਰਬਾਦ ਕਰਨੀ ਆ, ਆਪਣੀ ਤਬੀਅਤ ਹਵਾਦਾਰ ਕਰਨੀ ਆ, ਤੇ ਉਹ ਬੱਸ ਦਾ ਸਫ਼ਰ ਕਰ ਲਵੇ, ਉਹਦੀ ਤਬੀਅਤ ਹਵਾਦਾਰ ਹੋ ਜਾਏਗੀ। ਉਸ ਤੋਂ ਬਾਅਦ ਹੈਗਾ ਜੀ ਰਲੇ ਦੇ ਰੋਲੇ ਦੇ ਅੰਦਰ ਇਹ ਇਹਨਾਂ ਨੇ ਡਿਸਕਸ ਕੀਤਾ ਕਿ ਹਰ ਚੀਜ਼ ਦੇ ਅੰਦਰ ਮਿਲਾਵਟ ਆ। ਯਾਨੀ ਪੁਲਿਸ ਵਾਲਾ ਗੁਲਾਬੀ ਉਰਦੂ ਵਿੱਚ ਚਲਾਨ ਕੱਢਦਾ ਹੋਇਆ ਮਿਲਾਵਟ ਕਰਦਾ, ਉਸਤਾਦ ਟਿਊਸ਼ਨ ਲਈ ਮਿਲਾਵਟ ਕਰਦਾ ਆਪਣੀ ਪੜ੍ਹਾਈ ਦੇ ਅੰਦਰ। ਇੱਦਾਂ ਹੀ ਮਾਸ਼ਰੇ ਦੀ ਹਾਲਾਤ ਦੀ ਅਕਾਸੀ ਕੀਤੀ ਕਿ ਮਾਸ਼ਰੇ ਦੇ ਅੰਦਰ ਕਿੱਦਾਂ ਮਿਲਾਵਟ ਦੇ ਨਾਲ ਲੋਕੀ ਆਪਣਾ ਢਿੱਡ ਪਾੜਦੇ ਆ। ਉਸ ਤੋਂ ਬਾਅਦ ਜੀ ਜੀਮਾ ਜੁਗਤੀ ਮਾਸ਼ਰੇ ਦਾ ਉਹ ਕਿਰਦਾਰ ਹੈ, ਇਹਨੂੰ ਕਿਰਦਾਰ ਨਗਾਰੀ 'ਚ ਤੁਸੀਂ ਪਾ ਸਕਦੇ ਆ ਕਿ ਜਿਹੜਾ ਕਿ ਹਸਾਉਂਦਾ ਲੋਕਾਂ ਨੂੰ ਤੇ ਹਸਾਉਣ ਦਾ ਕੰਮ ਕਰਦਾ ਵਾ, ਲੋਕੀ ਉਹਦੀਆਂ ਗੱਲਾਂ ਸੁਣ ਕੇ ਹੱਸਦੇ, ਇੱਕ ਜ਼ਿੰਦਾ ਕਿਰਦਾਰ ਹੈਗਾ ਵਾ। ਆਖਰੀ ਜਿਹੜਾ ਹੈਗਾ ਜੀ ਉਹ ਹੈਗਾ ਜੀ ਫੱਜੇ ਦੀ ਜੰਜ। ਯਾਨੀ ਮਾਸ਼ਰੇ ਦੇ ਅੰਦਰ ਕੁਝ ਲੋਕ ਹੁੰਦੇ ਆ ਜਿਨ੍ਹਾਂ ਦਾ ਹਮੇਸ਼ਾ ਮਜ਼ਾਕ ਉਡਾਇਆ ਜਾਂਦਾ ਵਾ ਕਿ ਫੱਜੇ ਨੂੰ ਚਿਚਕ ਨਿਕਲ ਆਈ, ਉਹਦੀ ਵਜ੍ਹਾ ਤੋਂ ਉਹਦੀ ਅੱਖ ਦਾ ਆਇਆ, ਉਹਦਾ ਕੁੱਬ ਨਿਕਲਿਆ। ਮਾਸ਼ਰੇ ਦੇ ਉਹਦੇ ਦੋਸਤ ਬੇਲੀ ਸਾਰਾ ਮਜ਼ਾਕ ਬਣਾਉਂਦੇ ਆ, ਸ਼ਾਦੀ ਉੱਤੇ ਵੀ ਉਹਦਾ ਮਜ਼ਾਕ ਬਣਾਇਆ ਜਾਂਦਾ ਵਾ। ਉਹ ਕਹਿੰਦਾ ਇਹ ਤੋਂ ਅੱਛਾ ਮੈਂ ਸ਼ਾਦੀ ਕਰਦਾ ਹੀ ਨਾ। ਯਾਨੀ ਇੱਕ ਕਿਰਦਾਰ ਨੂੰ ਰਿਪਰੈਜ਼ੈਂਟ ਕੀਤਾ, ਉਹਦੇ 'ਚ ਬਾਕੀ ਡਿਸਕਸ ਕਰਾਂਗੇ। ਇਹਦਾ ਜਿਹੜਾ ਪਲਾਟ ਆ ਬੜਾ ਆਊਟ ਕਲਾਸ ਆ, ਜ਼ਬਰਦਸਤ ਆ। ਇਹ ਕਲਾਈਮੈਕਸ ਕਰਦੇ ਹੋਏ ਆਪਣੀ ਸਟੋਰੀ ਨੂੰ ਮੁਕੰਮਲ ਕਰਦੇ ਆ। ਤੇ ਇਹਨਾਂ ਨੇ ਬਹੁਤ ਲੰਮੀਆਂ ਚੌੜੀਆਂ ਨਹੀਂ ਲਿਖੀਆਂ, ਬਲਕਿ ਛੋਟੀ ਜਿਹੜੀ ਇਨਸ਼ਾਈਆ ਦੇ ਅੰਦਰ ਇੱਕ ਆਪਣਾ ਮੌਜੂ ਨੂੰ ਕਵਰ ਕੀਤਾ ਹੋਇਆ ਵਾ। ਇਸ ਤਰ੍ਹਾਂ ਤੁਸੀਂ ਮੁਕੰਮਲ ਸਵਾਲ ਕਰੋਗੇ ਤੇ ਇਨਸ਼ਾਅੱਲਾ ਤੁਸੀਂ 16 ਚੋਂ 15 ਨੰਬਰ ਗਰੰਟੀ ਦੇ ਨਾਲ ਲੈ ਕੇ ਆਓਗੇ। ਤੇ ਤੁਹਾਡੇ MCQs ਵੀ, ਇੰਟਰੋਡਕਸ਼ਨ ਵੀ ਜ਼ਬਰਦਸਤ, ਤੇ ਆਹ ਜਿਹੜੇ ਕਨਸੈਪਟ ਲਿਖੇ ਹੋਏ ਆ ਇਹਨਾਂ ਨੂੰ ਤੁਸੀਂ ਜ਼ੇਨ ਨਸ਼ੀਨ ਕਰ ਲੈਣਾ ਵਾ। ਤੇ ਆਹ ਸਟੋਰੀਆਂ ਤੁਹਾਨੂੰ ਮੈਂ ਡਿਸਕਸ ਕਰਕੇ ਦੱਸਦੀਆਂ ਵਾ। ਇਹਨਾਂ 'ਚ ਤੁਸੀਂ ਇੱਕ ਸਟੋਰੀ ਦੋ ਦੇ ਅੰਦਰ ਵੀ ਪਾ ਸਕਦੇ ਆ, ਜਾਂ ਇੱਕ ਹੈਡਿੰਗ ਦੇ ਅੰਦਰ ਵੀ ਪਾ ਸਕਦੇ ਆ। ਤੁਸੀਂ ਘੱਟ ਤੋਂ ਘੱਟ 8 ਹੈਡਿੰਗਾਂ ਲਿਖਣੀਆਂ, ਬਾਕੀ 10-12 ਜਿੰਨਾ ਤੁਹਾਡੇ ਕੋਲ ਟਾਈਮ ਹੋਵੇ ਤੁਸੀਂ ਮੈਨੇਜ ਕਰਨਾ, ਕਿਉਂਕਿ ਇਹਦੇ 'ਚ 5 ਸਵਾਲ ਤੁਸੀਂ ਕਰਨੇ ਹੁੰਦੇ ਆ। ਲਿਆਦਾ ਤੁਹਾਡੇ ਕੋਲ ਤਕਰੀਬਨ 25 ਮਿੰਟ ਹੁੰਦੇ, ਇਹਦੇ ਅੰਦਰ ਹੀ ਤੁਸੀਂ ਕੰਮ ਆਪਣਾ ਕਵਰ ਕਰਨਾ ਹੁੰਦਾ ਵਾ। ਲਿਆਦਾ ਹੁਣ ਮੈਂ ਤੁਹਾਡੇ ਕੋਲ ਜ਼ਿਆਦਾ ਚਾਹੁੰਦਾ ਵਾ। ਮੇਰਾ ਨਾਮ ਫਰਾਰ ਅਹਿਮਦ ਆ। ਤੁਸੀਂ ਅਗਰ ਸਕਾਲਰ ਅਕੈਡਮੀ ਨੂੰ ਵਿਜ਼ਿਟ ਕਰੋ, ਤੁਸੀਂ ਅਗਰ ਪੰਜਾਬੀ ਦੀ ਕੋਈ ਹੋਰ ਪਲੇਲਿਸਟ ਦੇਖਣੀ ਆ, PMS ਦੀ, CSS ਦੀ, ਤੁਹਾਨੂੰ ਹਰ ਇੱਕ ਕਿਸਮ ਦਾ ਜ਼ਬਰਦਸਤ ਰਿਸਰਚ बेस्ड मटीरियल ਲੱਭ जूगा। अल्लाह हाफिज। अगर आप किसी भी मुकाबला जाती इम्तिहान CSS, PMS, PPSC के लिए परेशान हैं तो परेशानी छोड़ गए और स्कॉलर अकेडमी को सब्सक्राइब कीजिए और मुस्तकबिल को बेहतर बनाइए।